ਸਤਿ ਸ਼੍ਰੀ ਅਕਾਲ ਜੀ, ਮੈਂ ਹਲੀਨ ਸਾਨੀ, ਤੁਸੀਂ ਦੇਖ ਰਹੇ ਹੋ ਲਿਵਿੰਗ ਇੰਡੀਆ ਨਿਊਜ਼। ਸਭ ਦੇ ਰੀਅਲ ਹੀਰੋ ਨਾਲ ਲੈ ਕੇ ਰੀਅਲ ਹੀਰੋ ਬਣਨ ਵਾਲੇ ਸੋਨੂ ਸੂਦ ਮੇਰੇ ਨਾਲ ਇਸ ਵਕਤ ਖੜੇ ਆ। ਸਤਿ ਸ਼੍ਰੀ ਅਕਾਲ ਸਰ, ਬਹੁਤ ਬਹੁਤ ਸਵਾਗਤ ਹੈ ਲਿਵਿੰਗ। ਥੈਂਕ ਯੂ ਸੋ ਮਚ ਜੀ ਗਵਰਨਮੈਂਟ। ਤੁਸੀਂ ਹੋਂਡਾ ਸਵੇਰੇ ਸਵੇਰੇ ਪਹੁੰਚੇ ਹੋ ਚੰਡੀਗੜ੍ਹ ਸ਼ਹਿਰ ਦੇ ਵਿੱਚ, ਤੇ ਕਿਵੇਂ ਤਾਂ ਲੱਗ ਰਿਹਾ ਹੈ ਤੁਸੀਂ ਆਪਣੇ ਸ਼ਾਇਦ ਦੋਸਤ ਦੇ ਹੈ ਨਾ ਇਨੋਗ੍ਰੇਸ਼ਨ 'ਚ ਪਹੁੰਚੇ ਹੋ? ਬਿਲਕੁਲ, ਆਈ ਥਿੰਕ ਬੜਾ ਸਪੈਸ਼ਲ ਹੈ, ਸੰਡੇ ਸਪੈਸ਼ਲ ਹੋ ਗਿਆ ਐਂਡ ਜਸਟ ਵਾਂਟ ਟੂ ਵਿਸ਼ एवरीवन ऑल द बेस्ट। ਜਿਵੇਂ ਕਿ ਹੋਂਡਾ ਦੀ ਇਹਨਾਂ ਨੇ ਬਿਗ ਵਿੰਗ ਕੀ ਇਨੋਗ੍ਰੇਸ਼ਨ ਕੀਤੀ ਹੈ, ਤੁਹਾਡੇ ਕੋਲ ਵੀ ਬਹੁਤ ਸਾਰੀ ਬਾਈਕਸ ਹੋਈਆਂ, ਕਾਰਸ ਹੋਈਆਂ। ਆਈ ਨੋ ਕਿ ਲੋਕ ਤੁਹਾਨੂੰ ਫੋਲੋ ਵੀ ਕਰਦੇ ਨੇ, ਤੁਸੀਂ ਸੇਫਟੀ ਮੇਜਰਸ ਨੂੰ ਲੈ ਕੇ ਬਹੁਤ ਜ਼ਿਆਦਾ ਰਹਿੰਦੇ ਹੋ ਕਿ ਰਹਿਣਾ ਚਾਹੀਦਾ ਹਰ ਚੀਜ਼ ਵਿੱਚ, ਸੇਫਟੀ ਬਹੁਤ ਰਹਿਣੀ ਚਾਹੀਦੀ। ਈਵਨ ਕਿ ਅਗਰ ਤੁਸੀਂ ਕਿਸੇ ਦੀ ਹੈਲਪ ਵੀ ਕਰ ਰਹੇ ਹੋ ਤਾਂ ਵੀ ਤੁਸੀਂ ਹਰ ਇੱਕ ਜਾਂਚ ਕਰਕੇ ਹੀ ਕਰਦੇ ਹੋ। ਤੁਸੀਂ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਅੱਜ ਦੇ ਜਨਰੇਸ਼ਨ ਨੂੰ ਜੋ ਫੁਕਰੀ ਟਾਈਪ ਜਿਹਨੂੰ ਅਸੀਂ ਕਹਿ ਸਕਦੇ ਹਾਂ ਪੰਜਾਬੀ ਦੇ ਵਿੱਚ, ਉਹ ਕਰਦੇ ਨੇ? ਨਹੀਂ, ਮੈਂ ਹੀ ਕਹਾਂਗਾ ਸੇਫਟੀ ਬੜੀ ਇੰਪੋਰਟੈਂਟ ਹੈ। ਜਦੋਂ ਤੁਸੀਂ ਬਾਈਕ ਚਲਾਉਂਦੇ ਹੋ ਜਾਂ ਖਾਸ ਕਰ ਕੋਈ ਵੀ ਤਰ੍ਹਾਂ ਦੀ ਤੁਸੀਂ ਰੋਡ 'ਤੇ ਜਾਂਦੇ ਹੋ, ਵੇਅਰ ਹੈਲਮਟਸ ਨਾਟ ਫॉर योरसेल्फ बट फॉर योर फैमिली। ਉਹਨਾਂ ਦਾ ਪਰਿਵਾਰ ਜਿਹਨੂੰ ਤੁਸੀਂ ਘਰ ਛੱਡ ਕੇ ਵਾਪਸ ਬਾਹਰ ਆਉਂਦੇ ਹੋ, ਉਹਨਾਂ ਲਈ ਹੈਲਮਟ ਜ਼ਰੂਰ ਪਹਿਨੋ, ਬੜਾ ਇੰਪੋਰਟੈਂਟ ਹੈ। ਐਂਡ ਆਈ ਥਿੰਕ ਦੈਟਸ ਇਟਸ ਅ ਗੁੱਡ ਮੈਸੇਜ ਟੂ ਅਦਰਸ ਆਲਸੋ ਕਿ ਕਿੰਨੀ ਜ਼ਰੂਰੀ ਹੈ ਸੇਫਟੀ ਸੇ। ਸਰ ਜਿਵੇਂ ਮੈਂ ਕਿਹਾ ਰੀਅਲ ਹੀਰੋ ਨਾ ਰੱਖੇ ਰੀਅਲ ਹੀਰੋ ਬਣਨ ਵਾਲੇ ਹੈ ਨਾ, ਤੁਹਾਡੀ ਅਗਰ ਵੀਡੀਓਜ਼ ਦੇਖੀ ਜਾਵੇ ਤਾਂ ਡਰਾਈਵਰਸ ਵੀ ਅੱਜ ਕੱਲ੍ਹ ਫੋਨ ਬੰਦ ਹੀ ਨਹੀਂ ਹੁੰਦਾ ਉਹਨਾਂ ਦਾ, ਤੁਸੀਂ ਵੀ ਪਾਈ ਸੀ ਹੈ ਨਾ, ਤੇ ਬਹੁਤ ਸਾਰੀ ਵੀਡੀਓਜ਼ ਆਉਂਦੀ ਤੁਹਾਡੇ ਘਰ ਦੇ ਬਾਹਰ ਲੋਕ ਪਹੁੰਚ ਜਾਂਦੇ ਨੇ, ਕਾਫੀ ਇੱਥੇ ਮੈਂਟਲ ਸਟ੍ਰੈਸ ਹੋ ਜਾਂਦਾ ਹੈ, ਤੁਸੀਂ ਮੈਂਟਲੀ ਕਿੱਦਾਂ ਸਟੇਬਲ ਰਹਿੰਦੇ ਹੋ? ਆਈ ਥਿੰਕ ਜਦੋਂ ਤੁਸੀਂ ਕੋਈ ਹਜ਼ਾਰਾਂ ਦੀ ਗਿਣਤੀ 'ਚ ਰੋਜ਼ ਕੇਸਿਸ ਦੇਖਦੇ ਹੋ ਔਰ ਤੁਸੀਂ ਕੋਈ ਕੇਸ ਸੋਲਵ ਕਰਦੇ ਹੋ ਔਰ ਵਾਪਸ ਉਹਦੇ ਚਿਹਰੇ 'ਤੇ ਖੁਸ਼ੀ ਹੁੰਦੀ ਹੈ, ਉਹ ਤੁਹਾਨੂੰ ਹੋਰ ਐਨਰਜੀ ਦਿੰਦੀ ਹੈ ਹੋਰ ਲੋਕਾਂ ਤੱਕ ਜੁੜਨ ਲਈ। ਮੈਂ ਇੱਕ ਆਪਣੀ ਜ਼ਿੰਦਗੀ ਦਾ ਬੜਾ ਹਿੱਸਾ ਉਹਨਾਂ ਨੂੰ ਦੇ ਦਿੱਤਾ ਹੈ ਔਰ ਮੈਂ ਕੋਸ਼ਿਸ਼ ਕਰਾਂਗਾ ਤਾਂ ਜ਼ਿੰਦਗੀ ਉਹ ਚੱਲਦਾ ਰਹੇ। ਜਸਟ ਹੋਪਿੰਗ ਫॉर द बेस्ट। आई थिंक इट्स अ न्यू अवेकनिंग फॉर मी एंड आई विल ट्राई टू टच दोज लाइव्स फॉर एवर। ਬਹੁਤ ਲੋਕ ਕਹਿੰਦੇ ਸੀ ਕਿ ਸੋਨੂ ਪਹਿਲੇ ਕਿਤੇ ਸੀ, ਸੋਨੂ ਦੀ ਫਾਊਂਡੇਸ਼ਨ ਪਹਿਲੇ ਕਿਤੇ ਸੀਗੀ, ਪਤਾ ਹੈ ਕਿਤੇ ਨਾ ਕਿਤੇ ਤੁਸੀਂ ਕੰਮ ਕਰ ਰਹੇ ਸੀ ਬਟ ਉਭਰ ਕੇ ਨਹੀਂ ਆਉਂਦਾ ਹੈ ਨਾ। ਤੇ ਆਉਣ ਵਾਲੇ ਟਾਈਮ ਦੀ ਆਪਾਂ ਗੱਲ ਕਰ ਲੈਂਦੇ ਹਾਂ, ਆਉਣ ਵਾਲੇ ਟਾਈਮ ਥਰਡ ਵੇਵ ਲਈ ਸੋਨੂ ਫਾਊਂਡੇਸ਼ਨ ਕਿੰਨੀ ਕੁ ਤਿਆਰ ਹੈ? ਅਸੀਂ ਕਰ ਰਹੇ ਹਾਂ ਕਾਫੀ, ਮੈਂ ਕੋਸ਼ਿਸ਼ ਕਰ ਰਿਹਾ ਇੱਕ ਹਸਪੀਟਲ ਖੋਲ੍ਹਣ ਦਾ ਜਿਹਦੀ ਆਲਰੇਡੀ ਫਾਈਨਲ ਸਟੇਜਸ 'ਤੇ। ਆਈ ਹੋਪ ਕਿ ਜਲਦੀ ਤੋਂ ਜਲਦੀ ਹੋਏ, ਪਰ ਮੇਰਾ ਜ਼ਿੰਦਗੀ ਦਾ ਟਾਰਗੇਟ ਇਹ ਹੈ ਕਿ ਆਉਣ ਵਾਲੇ ਪਤਾ ਨਹੀਂ ਕਿੰਨੇ ਸਾਲ ਲੱਗਣਗੇ, ਪਰ ਐਟਲੀਸਟ ਮੇਰੇ ਵੱਲੋਂ ਸੂਦ ਫਾਊਂਡੇਸ਼ਨ ਦੇ ਵੱਲੋਂ ਐਟਲੀਸਟ 4 ਤੋਂ 5,000 ਬੈਡਸ ਪੂਰੇ ਇੰਡੀਆ ਦੇ ਵਿੱਚ ਫ੍ਰੀ ਹੋਣੇ ਚਾਹੀਦੇ ਹੈ। ਸੋ ਆਈ ਥਿੰਕ ਦੈਟਸ ਮਾਈ ਏਮ ਨਾਓ ਐਂਡ ਆਈਲ ਮੇਕ ਸ਼ੋਰ ਇਟ ਹੈਪਨਸ। ਲਾਸਟ ਤੁਸੀਂ ਇਨੋਗ੍ਰੇਸ਼ਨ ਚਾਹੋ ਸਰ ਦੇ, ਤੁਸੀਂ ਕੋਈ ਮੈਸੇਜ ਦੇਣਾ ਚਾਹੁੰਦੇ ਹੋ ਸਾਡੀ ਯੂਥ ਨੂੰ ਕਿ ਆਉਣ ਦੇਖਣ ਕਿੱਦਾਂ ਕਰਨ? I just want to tell everyone ਬੜੀ ਕਮਾਲ ਦੀ ਹੈ, ਪਲੈਟੀਨਮ ਫੈਮਿਲੀ ਨਾਲ ਮੇਰਾ ਬੜਾ ਪੁਰਾਣਾ ਰਿਸ਼ਤਾ ਹੈ। ਕਰਨ ਇੱਕ ਪਰਿਵਾਰ ਦਾ ਹਿੱਸਾ ਨੇ। ਅੱਜ ਜਦੋਂ ਉਹਨਾਂ ਦੀ ਨਈ ਬਿਗਨਿੰਗ ਹੈ, ਆਈ ਵੁੱਡ ਸੇ ਕਿ ਮੇਰੀ ਵੀ ਨਈ ਬਿਗਨਿੰਗ ਹੈ ਐਂਡ ਆਈ ਜਸਟ ਵਿਸ਼ ਹਿਮ ਆਲ ਦ ਬੈਸਟ ਐਂਡ ਜਸਟ ਕੀਪ ਰੌਕਿੰਗ ਆਲਵੇਜ਼। ਥੈਂਕ ਯੂ ਸੋ ਮਚ ਐਂਡ ਆਲ ਦਾ ਵੈਰੀ ਬੈਸਟ। ਇਸ ਵਕਤ ਅਸੀਂ ਹੋਂਡਾ ਬਿਗ ਵਿੰਗ ਯਾਨੀ ਕਿ ਵੱਡੇ ਵੱਡੇ ਪੰਖ ਜਿਹਨੂੰ ਅਸੀਂ ਕਹਿ ਸਕਦੇ ਹਾਂ ਉੱਥੇ ਪਹੁੰਚੇ ਹੋਏ ਹਾਂ। ਇਸ ਵਕਤ ਸਾਡੇ ਨਾਲ ਡਾਇਰੈਕਟਰ ਆਫ ਸੇਲਸ ਮਾਰਕੀਟਿੰਗ ਯਾਦਵਿੰਦਰ ਸਿੰਘ ਗੁਲੇਰੀਆ ਜੀ ਬੈਠੇ ਨੇ। ਸਤਿ ਸ਼੍ਰੀ ਅਕਾਲ ਸਰ, ਬਹੁਤ ਬਹੁਤ ਸਵਾਗਤ। ਸਤਿ ਸ਼੍ਰੀ ਅਕਾਲ। ਮੈਂ ਵੈਸੇ ਖੜਾ ਹੈਗਾ ਬਟ ਓਕੇ ਹਾਂਜੀ। ਯਾਦਵਿੰਦਰ ਸਰ, ਅੱਜ ਅਸੀਂ ਇੱਥੇ ਪਹੁੰਚੇ, ਸੋਨੂ ਸੂਦ ਨਾਲ ਗੱਲਬਾਤ ਕਰ ਚੁੱਕੇ ਹੈ ਨਾ, ਤੇ ਇਨੋਗ੍ਰੇਸ਼ਨ ਕੀਤੀ ਹੈ, ਬਾਈਕਸ ਦੀ ਇਨੋਗ੍ਰੇਸ਼ਨ ਹੈ। ਸਾਨੂੰ ਇਹਦੀ ਨੌਲੇਜ ਨਹੀਂ ਹੈ ਟੈਕਨੀਕਲ, ਤੁਸੀਂ ਹੀ ਅੱਛੀ ਤਰ੍ਹਾਂ ਸਮਝਾ ਸਕਦੇ ਹੋ ਕਿ ਬਾਈਕਸ ਕਿਸ ਤਰ੍ਹਾਂ ਦੀ ਇੱਥੇ ਮੌਜੂਦ ਹੈਗੀਆਂ ਤੇ ਕੀ ਉਸ ਫੀਚਰ ਹੈਗੇ ਆ ਨਵੇਂ ਹੈ ਨਾ, ਤੁਸੀਂ ਕਹਿ ਸਕਦੇ ਹੋ। ਤੇ ਇਸ ਹੋਂਡਾ ਬਿਗ ਵਿੰਗ ਦੇ ਨਾਮ ਪਿੱਛੇ ਕੀ ਰਾਜ਼ ਹੈਗਾ? ਓਕੇ, ਹੋਂਡਾ ਦੀ ਹੁਣ ਜਿਹੜੀ ਜਰਨੀ ਇੰਡੀਆ ਦੇ ਵਿੱਚ ਹੋਂਡਾ ਟੂ ਵੀਲਰਸ ਦੀ ਹੁਣ 20 ਇਅਰਸ ਅਸੀਂ ਕੰਪਲੀਟ ਕਰ ਚੁੱਕੇ ਹਾਂ। ਵੈਨ ਵੀ ਸਟਾਰਟਡ ਵਿਦ ਓਨਲੀ ਵਨ ਮਾਡਲ ਐਕਟਿਵਾ, ਜਿਹੜਾ ਕਿ ਪਿਛਲੇ ਕੁਝ ਸਾਲਾਂ ਵਿੱਚ ਇੰਡੀਆ ਦਾ ਨੰਬਰ 1 ਸੈਲਿੰਗ ਟੂ ਵੀਲਰ ਵੀ ਰਿਹਾ ਹੈ ਔਰ ਕਾਫੀ ਅੱਛਾ ਰਿਸਪੌਂਸ ਮਿਲਿਆ। ਕਸਟਮਰਸ ਦਾ ਟਰਸਟ ਕੌਨਫੀਡੈਂਸ ਬ੍ਰਾਂਡ ਦੇ ਵਿੱਚ ਓਵਰ ਦ ਈਅਰਸ ਕਾਫੀ ਇੰਕਰੀਜ਼ ਕੀਤਾ ਹੈ। ਨਾਓ ਰੈਡ ਵਿੰਗ ਦੇ ਵਿੱਚ ਸਾਡੀ ਅੱਛੀ ਖਾਸੀ ਰੇਂਜ ਹੈ, ਸਾਡੇ ਆਲਮੋਸਟ ਅਰਾਊਂਡ 14 to 19 ਵੇਰੀਐਂਟਸ ਹੈਗੇ ਹੈ ਐਕਟਿਵਾ ਔਰ ਐਕਟਿਵਾ 125, ਦੈਨ ਵੀ ਹੈਵ ਗ੍ਰਾਜ਼ੀਆ। ਉਹ ਸਕੂਟਰ ਦੀ ਰੇਂਜ ਅੱਛੀ ਖਾਸੀ ਹੈ, ਆਲਰੇਡੀ ਵੀ ਆਰ ਨੰਬਰ 1 ਇਨ ਸਕੂਟਰਸ ਇਨ ਦ ਕੰਟਰੀ। ਫਿਰ ਮੋਟਰਸਾਈਕਲ ਵੀ ਅਸੀਂ 125 cc ਕਲਾਸ ਨੂੰ ਲੀਡ ਕਰ ਰਹੇ ਹਾਂ। ਸ਼ਾਈਨ ਹੈ, SP 125 ਹੈ, ਫਿਰ ਸਾਡੀ 160 cc ਵਿੱਚ ਵੀ यूनिकॉर्न है, then we have X-Blade and moving forward साडा Hornet है 2.0, like very good range in motorcycles also. Now ਜਿਹੜਾ ਪ੍ਰੀਮੀਅਮ ਬਾਈਕ ਬਿਜ਼ਨਸ ਹੈ ਔਰ ਜੋ ਸਾਡਾ ਅਪ ਟੂ 200 cc ਤੁਸੀਂ ਕਹਿ ਲਓ ਕਿ ਇਹ ਜਿਹੜਾ ਕਸਟਮਰ ਉਹਦੀ ਐਕਸਪੈਕਟੇਸ਼ਨਸ ਥੋੜੀ ਡਿਫਰੈਂਟ ਹੈ ਔਰ ਰਾਈਟ ਕਿ ਇੱਕ ਤਾਂ ਉਹਨਾਂ ਨੂੰ ਪ੍ਰੋਡਕਟ ਔਰ ਬਾਈਕ ਦੇ ਬਾਰੇ ਜ਼ਿਆਦਾ ਨੌਲੇਜ ਰਹਿੰਦੀ ਹੈ, ਪਲੱਸ ਬੀਇੰਗ ਅ ਪ੍ਰੀਮੀਅਮ ਰੇਂਜ ਇਨ ਟਰਮਸ ਔਰ ਜਿਹੜਾ ਪ੍ਰਾਈਸ ਪੁਆਇੰਟ ਹੈਗਾ ਉਹ ਵੀ ਥੋੜਾ ਉੱਤੇ ਜਾਂਦਾ ਹੈ ਤੇ ਉਹਨਾਂ ਦਾ ਐਕਸਪੈਕਟੇਸ਼ਨਸ ਫਰੋਮ ਬ੍ਰਾਂਡ from the dealerships are totally different from when they buy a mass segment commuting two wheeler। ਤੇ ਉਸ ਕਰਕੇ ਹੋਂਡਾ ਨੇ ਲਾਸਟ ਈਅਰ ਡਿਸਾਈਡ ਕੀਤਾ ਸੀ ਕਿ ਵੀ ਵਿਲ ਹੈਵ ਐਨ ਐਕਸਕਲੂਸਿਵ
setup for sales as well as service of a premium bike. और premium bike 300 cc ਤੋਂ ਲੈ ਕੇ ਜਿਹੜੇ ਇੰਜਨ ਦੀ ਕਪੈਸਿਟੀ ਹੈ ਡਿਸਪਲੇਸਮੈਂਟ ਦੀ ਉਹ 300 cc ਐਂਡ ਅਬਵ ਅਸੀਂ ਇੱਕ ਐਕਸਕਲੂਸਿਵ ਨੈਟਵਰਕ ਦੇ ਥਰੂ ਹੀ ਵੇਚਾਂਗੇ ਔਰ ਸਰਵਿਸ ਕਰਾਂਗੇ। ਔਰ ਬਿਗ ਵਿੰਗ ਜਿਹੜਾ ਨਾਮ ਹੈ, ਵਾਈ ਬਿਗ ਵਿੰਗ, ਇੱਕ ਤਾਂ ਵਿੰਗਸ ਆਰ ਆਵਰ ਲੋਗੋ ਫॉर द टू व्हीलर्स, राइट। तो क्योंकि ये प्रीमियम बाइक्स हैं, इन्हों का इंजन वड्डा है, गड्डी देखने च भी वड्डी है, सो वाई नॉट हैव अ बिग विंग, राइट। सो इट्स अ एसोसीएशन एंड इट्स सॉर्ट ऑफ प्राइड एज वेल एज वंडर फॉर द कस्टमर ਜਦੋਂ ਉਹ ਆਪਣਾ ਐਸੋਸੀਏਸ਼ਨ ਬ੍ਰਾਂਡ ਨਾਲ ਕਰਦਾ ਹੈ ਥਰੂ ਬਿਗ ਵਿੰਗ, ਤਾਂ ਉਹ ਇੱਕ ਪ੍ਰਾਈਡ ਦੀ ਮੂਮੈਂਟ ਹੈ ਸਾਡੇ ਤਰਫੋਂ ਵੀ ਕਿ ਡੈਟ ਵੀ ਆਰ committed more to provide them a very immersive, very different and premium experience like that। ਸਰਵਿਸ ਨੂੰ ਲੈ ਕੇ ਲੋਕ ਕਾਫੀ ਪਰੇਸ਼ਾਨ ਰਹਿੰਦੇ ਆ, ਗੱਡੀ ਲੈ ਲੈਂਦੇ ਆ, ਬਾਈਕਸ ਲੈ ਲੈਂਦੇ ਆ, ਸਰਵਿਸ ਨੂੰ ਲੈ ਕੇ ਬਹੁਤ ਰਹਿੰਦੇ ਕਿ ਕਦੋਂ ਕਰਾਣੀ ਚਾਹੀਦੀ ਹੈ, ਕਿਸ ਟਾਈਮ ਕਰਾਣੀ ਚਾਹੀਦੀ ਹੈ, ਜਾਂ ਅਗਰ ਆਪਾਂ ਜ਼ਿਆਦਾ ਨਹੀਂ ਚਲਾਉਂਦੇ ਆ ਤਾਂ ਕਰਵਾਉਣੀ ਵੀ ਚਾਹੀਦੀ ਹੈ ਕਿ ਨਹੀਂ ਕਰਵਾਉਣੀ ਚਾਹੀਦੀ ਹੈ ਨਾ। ਤੇ ਸਰਵਿਸ ਹਰ ਜਗ੍ਹਾ ਸਹੀ ਮਿਲਦੀ ਵੀ ਨਹੀਂ ਹੈ। ਤੁਹਾਨੂੰ ਪਤਾ ਪਾਰਟਸ ਹੋ ਗਿਆ, ਤੇਲ ਹੋ ਗਿਆ, ਆਇਲ ਚੇਂਜਿੰਗ ਹੋ ਗਿਆ। ਸੋ ਮੈਨੂੰ ਗੱਡੀਆਂ ਦੀ ਜ਼ਿਆਦਾ ਨੌਲੇਜ ਹੈ, ਬਾਈਕਸ ਦੀ ਘੱਟ ਹੈ, ਸੋ ਮੈਂ ਉਸ ਨਾਲ ਕੰਪੇਅਰ ਕਰ ਸਕਦੀ ਹੈ ਨਾ। ਕਸਟਮਰ ਲਈ ਤੁਸੀਂ ਕੀ ਇੱਦਾਂ ਦੀ ਚੀਜ਼ਾਂ ਲੈ ਕੇ ਆਏ ਹੋ ਜੋ ਕਸਟਮਰ ਇੱਧਰ ਆਏਗਾ ਤੇ ਉਹਨਾਂ ਲਈ ਵੇਟਿੰਗ ਏਰੀਆ ਜਿਹੜਾ ਹੁੰਦਾ ਬਹੁਤ ਇੰਪੋਰਟੈਂਟ ਹੁੰਦਾ ਹੈ। ਤੁਸੀਂ ਬਹੁਤ ਸਹੀ ਗੱਲ ਕਹੀ ਹੈ। ਔਰ ਸਟਾਰਟਿੰਗ ਤੁਸੀਂ ਕਹੀ ਕਿ ਸਰਵਿਸ ਦੇ ਵਿੱਚ ਪ੍ਰੋਬਲਮ ਆਉਂਦੀਆਂ ਨੇ। ਇਟਸ ਜਸਟ ਲਾਈਕ ਹਸਪੀਟਲ ਬੰਦਾ ਕਿਉਂ ਜਾਂਦਾ, ਜੇ ਹਸਪੀਟਲ ਜਾਂਦਾ ਬਿਮਾਰੀ ਹੈ ਜਾਂ ਉਹ ਆਪਣਾ ਚੈੱਕਅਪ ਕਰਾਉਣ ਜਾ ਰਿਹਾ ਕਿ ਅੱਗੇ ਸਭ ਕੁਝ ਠੀਕ ਹੈ, ਮੇਰੇ ਪੈਰਾਮੀਟਰਸ ਠੀਕ ਹੈ, ਤੁਸੀਂ ਬਲੱਡ ਟੈਸਟ ਕਰਾਇਆ, ਡਾਕਟਰ ਮਿਲਣ ਜਾ ਰਹੇ ਹੋ, ਤਾਂ ਡਿਫਰੈਂਸ ਬਿਟਵੀਨ ਵਰਕਸ਼ਾਪ ਔਰ ਜਿਹੜਾ ਸਰਵਿਸ ਉਹ ਇਹੀ ਹੈ। ਔਰ ਤੁਸੀਂ ਜਦੋਂ ਵਰਕਸ਼ਾਪ 'ਤੇ ਜਾ ਰਹੇ ਹੋ ਕੋਈ ਨਾ ਕੋਈ ਤੁਹਾਨੂੰ ਪ੍ਰੋਬਲਮ ਹੈ ਜਾਂ ਤੁਸੀਂ ਇੱਕ ਰੈਗੂਲਰ ਮੇਨਟੇਨੈਂਸ ਵਾਸਤੇ ਵਰਕਸ਼ਾਪ ਨੂੰ ਵਿਜ਼ਿਟ ਕਰ ਰਹੇ ਹੋ, ਤਾਂ ਓਬਵੀਅਸਲੀ ਤੁਹਾਡਾ ਜਿਹੜਾ ਮਾਈਂਡਸੈਟ ਹੈ, ਤੁਹਾਡਾ ਜਿਹੜਾ ਮੂਡ ਹੈ ਐਜ਼ ਅ ਓਨਰ ਇਜ਼ ਡਿਫਰੈਂਟ ਦੈਨ ਵਾਂਸ ਯੂ ਆਰ ਕਮਿੰਗ ਇਨ ਦ ਸ਼ੋਰੂਮ ਟੂ ਪਰਚੇਜ਼ ਅ ਨਿਊ ਵਹੀਕਲ। ਕਿਉਂਕਿ ਇੱਥੇ ਤੁਸੀਂ ਨਵੀਂ ਪੋਜੀਸ਼ਨ ਕਰਨੀ ਹੈ, ਘਰੋਂ ਹੀ ਖੁਸ਼ ਚੱਲੇ ਹੋ ਜੀ ਨਵੀਂ ਗੱਡੀ ਲੈਣੀ ਹੈ, ਤਾਂ ਪੂਰਾ ਮੂਡ, ਫੈਮਿਲੀ ਦਾ ਮੂਡ, ਤੁਹਾਡਾ ਮੂਡ ਵੈਸੇ ਹੀ ਅੱਛਾ ਹੈ। ਜਦ ਤੁਸੀਂ ਵਰਕਸ਼ਾਪ 'ਤੇ ਗਏ ਹੋ ਪਹਿਲੇ ਹੀ ਅੱਧੇ ਤੁਸੀਂ ਉਸ ਤੋਂ ਡਿਸਅਪੁਆਇੰਟਡ ਹੋ ਜਾਂ ਤੁਹਾਨੂੰ ਕੋਈ ਪ੍ਰੋਡਕਟ ਦੀ ਇਸ਼ੂ ਹੈ, ਤਾਂ ਮੋਸਟ ਇੰਪੋਰਟੈਂਟ ਥਿੰਗ ਇਹ ਕਿ ਤੁਸੀਂ ਜਿਹੜਾ ਫਸਟ ਲੈਵਲ ਆਫ ਕੰਟੈਕਟ ਹੈ ਆਪਣੇ ਕਸਟਮਰ ਦੇ ਨਾਲ, ਜਿਹੜੀ ਤੁਹਾਡੀ ਰਿਸੈਪਸ਼ਨ ਹੈ, ਹਾਊ ਯੂ ਆਰ ਰਿਸੀਵਿੰਗ ਦ ਕਸਟਮਰ, ਐਂਡ ਇਟ ਇਜ਼ ਵੈਰੀ ਇੰਪੋਰਟੈਂਟ। ਉਹ ਐਕਟਿਵ ਸਾਡੀ ਲਿਸਨਿੰਗ ਹੋਣੀ ਜੀ। ਐਕਟਿਵ ਲਿਸਨਿੰਗ ਔਰ ਪੈਸਿਵ ਲਿਸਨਿੰਗ 'ਚ ਇਹੀ ਫਰਕ ਹੈ ਕਿ ਤੁਸੀਂ ਜਦੋਂ ਪੈਸਿਵ ਲਿਸਨਿੰਗ ਹੈ ਉਹ ਬੋਲ ਰਿਹਾ, ਤੁਸੀਂ ਕੰਨ 'ਚ ਪਾ ਰਹੇ, ਦੂਜੇ ਕੰਨ 'ਚ ਰਹੇ ਹੋ, ਬਟ ਐਕਟਿਵ ਲਿਸਨਿੰਗ ਇਜ਼ ਜੈਨੂਇਨਲੀ ਤੁਸੀਂ ਉਹਦੇ ਨਾਲ ਕਨੈਕਟਡ ਹੋ, ਉਹਦੀ ਪ੍ਰੋਬਲਮ ਸਮਝ ਰਹੇ ਹੋ, ਔਰ ਯੂ ਆਲਸੋ ਪੁੱਟ ਯੋਰਸੈਲਫ ਇਨਟੂ ਕਸਟਮਰ ਸ਼ੂਜ਼ ਕਿ ਕੱਲ੍ਹ ਨੂੰ ਮੈਂ ਅਗਰ ਓਨਰ ਹੁੰਦਾ, ਮੈਂ ਅਗਰ 2 ਵੀਲਰ ਚਲਾ ਰਿਹਾ ਹੁੰਦਾ ਜਾਂ 4 ਵੀਲਰ ਚਲਾ ਰਿਹਾ ਹੁੰਦਾ, ਮੇਰੇ ਨਾਲ ਐਕਸਪੀਰੀਅੰਸ ਹੁੰਦਾ, ਹਾਊ ਆਈ ਵੁੱਡ ਹੈਵ ਫੈਲਟ। ਫਸਟ ਇਜ਼ ਲਿਸਨਿੰਗ ਓਨੈਸਟਲੀ ਐਂਡ ਵਿਦ ਇੰਟੈਂਟ, ਰਾਈਟ ਇੰਟੈਂਟ। ਉਹਨਾਂ ਨੂੰ ਬਿਠਾਓ, ਉਸ ਤੋਂ ਬਾਅਦ ਕਰੈਕਟਲੀ ਅੰਡਰਸਟੈਂਡ ਕਰੋ ਸਿਚੁਏਸ਼ਨ ਕਿਆ ਹੈ। ਸਮਟਾਈਮਸ ਜਿਹੜਾ ਹੈ ਗੱਡੀ 'ਚ ਪ੍ਰੋਬਲਮ ਹੀ ਨਹੀਂ ਹੁੰਦੀ, ਤੁਹਾਡੀ ਪਰਸੈਪਸ਼ਨ ਦੀ ਇਸ਼ੂ ਹੁੰਦੀ ਹੈ, ਰਾਈਟ। ਉਹ ਚਲਦੇ ਚਲਦੇ ਕਿਸੇ ਨੇ ਬੋਲਤਾ ਤੇਰੀ ਗੱਡੀ 'ਚ ਕੋਈ ਪ੍ਰੋਬਲਮ ਹੈ, ਟਾਇਰ ਤੇਰਾ ਪਿੱਛੋਂ ਐਂ ਹਿਲ ਰਿਹਾ, ਉਹਨੇ ਥੋੜ੍ਹਾ ਦੇਖਿਆ, ਉਹ ਪਿੱਛੋਂ ਕੋਈ ਬੋਲ ਗਿਆ, ਤੁਹਾਨੂੰ ਲੱਗਿਆ ਕਿ ਪਰਸੈਪਸ਼ਨ ਆ ਗਈ ਹੈ। ਸੋ ਬਟ ਬੀਇੰਗ ਅ ਟੈਕਨੀਕਲ ਪਰਸਨ, ਕਈ ਵਾਰ ਤੁਹਾਡਾ ਇਹ ਰਹਿੰਦਾ ਕਿ ਵੀ ਜੋ ਕੋਈ ਕਸਟਮਰ ਆਇਆ ਤਾਂ ਮੈਂ ਆਪਣੀ ਟੈਕਨੀਕਲ ਨੋ ਹਾਊ ਕਰਾਂ। ਤੁਸੀਂ ਡਾਕਟਰ ਕੋਲ ਜਾਓ, ਤੁਹਾਡੇ ਨਾਲ 4-5 ਟਰਮਨੋਲੋਜੀ ਜਿਹੜੀ ਕਰਦੇ ਤੁਹਾਨੂੰ ਸਮਝ ਹੀ ਨਾ ਆਏ, ਤੁਸੀਂ ਗੂਗਲ ਕਰੋ ਤਾਂ ਸਮਝੋ ਕਿ ਕਿਹੜੀ ਬਿਮਾਰੀ ਹੋਈ ਹੈ ਮੈਨੂੰ। ਉਹਦੇ ਨਾਲ ਕਸਟਮਰ ਦੀ ਜੋ ਅੰਡਰਸਟੈਂਡਿੰਗ, ਉਹਦੇ ਅੰਡਰਸਟੈਂਡਿੰਗ ਤੇ ਲੈਵਲ ਤੇ ਜਾ ਕੇ ਉਹਦੇ ਨਾਲ ਕਰਨਾ ਬਹੁਤ ਇੰਪੋਰਟੈਂਟ ਹੈ। ਲਿਸਨਿੰਗ, ਦੈਨ ਅੰਡਰਸਟੈਂਡਿੰਗ ਦ ਰਾਈਟ ਇਸ਼ੂ, और उस तो बाद इफ़ इट इज़ ओनली लिमिटेड टू एक्सप्लेनेशन कि भी राइट एक्सप्लेनेशन करके तो यू कैन सॉर्ट इट आउट। अदरवाइज प्रोडक्ट दी इशू है तो प्रोडक्ट को प्रॉपर हैंडलिंग करके थ्रू ट्रेंड मैकेनिक्स, बिकॉज समटाइम्स यू विल हैव न्यू मैकेनिक्स इन द इन योर ओन वर्कशॉप, कुछ अंडर ट्रेनी है, कुछ एक्सपीरियंस है। प्रोडक्ट ਦੀ ਪ੍ਰੋਬਲਮ ਦੇ ਹਿਸਾਬ ਦੇ ਨਾਲ ਕਿਹੜੇ ਬੰਦੇ ਨੂੰ ਕਿਹੜੀ ਵਾਲੀ ਗੱਡੀ ਦੇਣੀ ਹੈ ਬੇਸਡ ਔਨ ਦਾ ਪ੍ਰੋਬਲਮ, ਉਹਨੂੰ ਰਾਈਟ ਐਲੋਕੇਸ਼ਨ ਆਫ ਦਾ ਜੌਬ, ਇਹ ਸਾਰੀ ਚੀਜ਼ਾਂ ਸਾਡਾ ਸਟੈਂਡਰਡ ਆਪਰੇਟਿੰਗ ਪ੍ਰੋਸੈਸ ਹੈ ਹੋਂਡਾ ਦੀ ਸਾਰੀ ਵਰਕਸ਼ਾਪ ਦੇ ਵਿੱਚ। ਮੇ ਬੀ ਆਈ ਡੋਂਟ ਨੋ ਵੈਦਰ ਯੂ ਓਨ ਅ 2 ਵੀਲਰ ਨੋਟ, ਤੁਸੀਂ ਆਲਰੇਡੀ ਕਹਿੰਦਾ ਤੁਸੀਂ 4 ਵੀਲਰ ਚਲਾਉਂਦੇ ਹੋ, ਬਟ 2 ਵੀਲਰ ਜੇ ਤੁਸੀਂ ਚਲਾ ਰਹੇ ਹੋ ਤੁਹਾਡੇ ਆਪਣੇ ਫਰੈਂਡਸ ਐਂਡ ਯੂ ਵਿਲ ਆਲਵੇਜ਼ ਐਕਸਪੀਰੀਅੰਸ ਕਿ ਜੇ ਤੁਸੀਂ ਹੋਂਡਾ ਵਰਕਸ਼ਾਪ 'ਤੇ ਜਾਂਦੇ ਹੋ ਤਾਂ ਕਸਟਮਰ ਦੀ ਰਿਸੈਪਸ਼ਨ ਤੋਂ ਲੈ ਕੇ ਪ੍ਰੋਪਰਲੀ ਅਟੈਂਡਿੰਗ ਦਾ ਵਹੀਕਲ, ਔਰ ਜਦੋਂ ਤੁਸੀਂ ਗੱਡੀ ਪ੍ਰੋਪਰਲੀ ਹੈਂਡਲ ਕਰਤੀ ਹੈ, ਰਿਪੇਅਰ ਵੀ ਕਰਤੀ ਹੈ, ਵਾਂਸ ਯੂ ਆਰ ਹੈਂਡਿੰਗ ਓਵਰ, ਪ੍ਰੋਪਰ ਟੈਸਟ ਰਾਈਡ ਹੋਏ ਗੱਡੀ ਦੀ, ਔਰ ਤੁਸੀਂ ਇਹ ਵੀ ਐਕਸਪਲੇਨ ਕਰੋ ਕਿ ਗੱਡੀ 'ਚ ਕੀਤਾ ਕੀ ਹੈ, ਰਾਈਟ। ਉਹੀ ਮੈਂ ਹਸਪੀਟਲ ਦਾ ਮੈਂ ਤੁਹਾਨੂੰ ਐਕਸਪਲੇਨ ਕਰ ਰਿਹਾ ਕਿ ਤੁਸੀਂ ਟਰੀਟਮੈਂਟ ਕਰਤੀ ਹੈ, ਸਰਜਰੀ ਕਰਤੀ ਹੈ, ਪਰ ਕੀਤਾ ਕੀ ਤੁਹਾਨੂੰ ਇਹ ਨਹੀਂ ਪਤਾ, ਰਾਈਟ। ਸੋ ਇਟ ਇਜ਼ ਆਲਵੇਜ਼ ਬੈਟਰ ਕਿ ਕਸਟਮਰ ਦੀ ਲੈਂਗੁਏਜ ਨੂੰ ਉਹ ਐਕਸਪਲੇਨ ਕੀਤਾ ਜਾਏ। ਯਾ ਮਚ ਐਂਡ ਯੰਗਸਟਰਸ ਨੂੰ ਤੁਸੀਂ ਆਈ ਥਿੰਕ ਯੰਗਸਟਰਸ ਲਈ ਬਹੁਤ ਕੁਝ ਹੋ ਗਿਆ ਹੈ ਨਾ ਕਿ ਕਾਫੀ ਆਣਗੇ, ਇਹ ਨਵੀਂ ਚੀਜ਼ ਹੈਗੀ ਹੈ। ਤੇ ਪੈਟਰੋਲ ਦੀ ਵੀ ਲਾਸਟ ਜਾਂਦੇ ਜਾਂਦੇ ਗੱਲਬਾਤ ਕਰੂੰਗੀ। ਪੈਟਰੋਲ ਦੇ ਰੇਟ ਤੇ ਹਾਈ ਹੁੰਦੇ ਹੀ ਜਾ ਰਹੇ ਹੈ, ਲੋਕਾਂ ਕੋਲ ਆਪਣੇ ਜਿਹੜੇ ਪੁਰਾਣੇ ਬਾਈਕਸ ਆ ਉਹਨਾਂ ਨੂੰ ਹੀ ਚਲਾਉਣ ਦੇ ਇੰਨਾ ਨਹੀਂ ਹੋ ਰਿਹਾ ਹੈ ਨਾ। ਤੇ ਕਾਫੀ ਅਗਰ ਤੁਸੀਂ ਟਰੋਲਸ ਦੀ ਗੱਲ ਕੀਤੀ ਜਾਵੇ, ਲੋਕ ਕਹਿ ਰਹੇ ਆਪਾਂ ਸਾਈਕਲ ਹੀ ਚਲਾ ਲੈਂਦੇ ਹਾਂ, ਇੰਨੇ ਜ਼ਿਆਦਾ ਪੈਟਰੋਲ ਦੇ ਹਾਈ ਰੇਟਸ ਹੈਗੇ ਆ। ਤੇ ਐਵਰੇਜ ਦੀ ਗੱਲ ਕਰਦੇ ਹਾਂ, ਐਵਰੇਜ ਕਿੰਨੀ ਹੈਗੀ ਹੈ? ਐਵਰੇਜ ਹਰ ਬੰਦੇ ਦੇ ਜਿਹੜਾ ਚਲਾਉਣ ਦਾ ਤਰੀਕਾ ਉਹਦੇ ਡਿਪੈਂਡ ਕਰਦਾ ਤੇ ਕਿਹੜੀ ਸਿਟੀ 'ਚ ਚਲਾ ਰਿਹਾ। ਤੁਸੀਂ ਦਿੱਲੀ ਆਓ, ਉੱਥੇ ਸਟਾਪ ਐਂਡ ਗੋ ਹੈ, ਉੱਥੇ ਮਾਈਲੇਜ ਘੱਟ ਆਏਗੀ।
ਤੁਸੀਂ ਚੰਡੀਗੜ੍ਹ ਸਟਿਲ ਮਚ ਬੈਟਰ ਦੈਨ ਦਿੱਲੀ ਰੋਡਸ ਕਿ ਵੀ ਤੁਹਾਡੀ ਖੁੱਲੀ ਸੜਕਾਂ ਤੁਸੀਂ ਜਾ ਸਕਦੇ ਹੋ, ਪਰ ਡਿਸਟੈਂਸਸ ਆਰ ਨਾਟ ਲੌਂਗ। ਤਾਂ ਤੁਸੀਂ ਚਲਾ ਤਾਂ ਲਿਆ, ਸਮੂਥਲੀ ਚਲਾ ਲਿਆ, ਬਸ ਤੁਸੀਂ 2 ਕਿਲੋਮੀਟਰ 4 ਕਿਲੋਮੀਟਰ ਚਲਾ ਲਿਆ, ਬਸ ਵਾਂਸ ਯੂ ਆਰ ਔਨ ਹਾਈਵੇ ਐਵਰੇਜ ਇਜ਼ ਡਿਫਰੈਂਟ। ਸੋ ਇਟਸ ਵੈਰੀ ਡਿਫਿਕਲਟ ਟੂ ਸੇ ਕਿ ਇਹ ਵਾਲੀ ਐਵਰੇਜ ਇਹਦੀ ਹੈਗੀ ਹੈ, ਬਟ ਆਈ ਕੈਨ ਸੇ ਵਿਦ ਕੌਨਫੀਡੈਂਸ ਕਿ ਗਲੋਬਲੀ ਆਲਸੋ ਹੋਂਡਾ ਦੀ ਜਿਹੜੀ ਗੱਡੀਆਂ ਨੇ ਇਰਰਿਸਪੈਕਟਿਵ ਆਫ ਕਿਹੜੀ ਸੀਸੀ ਹੈ, 100 ਸੀਸੀ ਵਾਲੀ ਐਂਟਰੀ ਲੈਵਲ ਬਾਈਕ ਹੈ ਜਾਂ 1800 ਸੀਸੀ ਦੀ ਗੋਲਡ ਵਿੰਗ ਹੈ, ਉਹਦੇ ਵਿੱਚ ਜਿਹੜੀ ਬੈਸਟ ਇਨ ਕਲਾਸ ਮਾਈਲੇਜ ਤੁਹਾਨੂੰ ਹਮੇਸ਼ਾ ਮਿਲੇਗੀ। ਥੈਂਕ ਯੂ। ਸੋ ਤੁਸੀਂ ਸੁਣ ਚੁੱਕੇ ਹੋ ਕਿ ਹੋਂਡਾ ਬਿਗ ਵਿੰਗ 'ਚ ਕੀ ਤੁਹਾਨੂੰ ਖਾਸ ਦੇਖਣ ਨੂੰ ਮਿਲੇਗਾ, ਇੱਕ ਵਾਰ ਵਿਜ਼ਿਟ ਜ਼ਰੂਰ ਕਰਨਾ। ਟਿਲ ਦੈਨ ਦਿਸ ਇਜ਼ ਹਰਲੀਨ ਸਾਨੀ, ਕੈਮਰਾ ਪਰਸਨ ਹਰਜੋਤ ਦੇ ਨਾਲ, ਲਿਵਿੰਗ ਇੰਡੀਆ ਨਿਊਜ਼ ਚੰਡੀਗੜ੍ਹ।